ਹੁਣ ਦੂਸਰੀ ਗੱਲ, ਹਮੇਸ਼ਾ ਇਹ ਦੋ ਗੱਲਾਂ ਹੁੰਦੀਆਂ, ਜਦੋਂ ਤੁਸੀਂ ਪ੍ਰਸ਼ਾਸਕੀ ਤੌਰ ਤੇ ਕਿਸੇ ਨੂੰ ਚਰਚਾ ਦੇ ਵਿੱਚ ਕਿਸੇ ਨੂੰ ਨਹੀਂ ਹਰਾ ਸਕਦੇ, ਦੂਜਾ ਪੱਖ ਹੁੰਦਾ ਤੁਹਾਡੇ ਕੋਲ ਲਾਲਚ, ਤੀਜਾ ਪੱਖ ਹੁੰਦਾ ਐਕਸਕਮਿਊਨੀਕੇਸ਼ਨ, ਔਰ ਚੌਥਾ ਪੱਖ ਹੁੰਦਾ ਕਿਸੇ ਨੂੰ ਕਤਲ ਕਰਵਾ ਦੇਣਾ। ਇਹ ਚੌਵੇਂ ਚੀਜ਼ਾਂ ਵਾਪਰੀਆਂ। ਦੂਸਰਾ ਪੱਖ, ਅਸੀਂ ਪੜ੍ਹਦੇ ਹਾਂ ਕਿ ਰਵਿਦਾਸ ਜੀ ਆਪਣੇ ਕੰਮ ਦੇ ਵਿੱਚ ਵਿਅਸਤ ਸੀ, ਆਪਣਾ ਜੁੱਤੀਆਂ ਗੰਢਣ ਦਾ ਕੰਮ ਕਰਦੇ ਸੀ। ਇੱਕ ਬ੍ਰਾਹਮਣ ਆਇਆ, ਉਸਨੇ ਪਾਰਸ ਪੱਥਰ ਦੇ ਦਿੱਤਾ। ਕਿਹਾ ਜਾਂਦਾ ਹੈ ਕਿ ਪਾਰਸ ਪੱਥਰ ਦੇ ਨਾਲ ਲੋਹਾ ਜਿਹੜਾ ਉਹ ਸੋਨਾ ਬਣ ਜਾਂਦਾ ਹੈ। ਪਾਰਸ ਹੈ ਕੀ? ਭਾਈ ਸਾਹਿਬ ਭਾਈ ਗੁਰਦਾਸ ਬੜਾ ਸਪਸ਼ਟ ਕਰਦੇ ਨੇ, ਸੰਚਿਤ ਸਲਲ ਬਹੁ ਬਰਨ ਬਨਾਸਪਤ, ਚੰਦਨ ਸੁਬਾਸ ਇੱਕ ਚੰਦਨ ਕਹਿ ਜਾਨੀਏ, ਜੈਸੇ ਪਰਬਤ ਵਿਖੇ ਉਤਪਤ ਹੋਤ ਅਸ਼ਟ ਤਾਤ, ਕੰਚਨ ਸਮਾਨ ਇੱਕ ਪਾਰਸ ਬਖਾਨੀਏ। ਕਹਿੰਦੇ ਜਿਸ ਤਰ੍ਹਾਂ ਵਰਖਾ ਹੁੰਦੀ ਹੈ ਤੇ ਚੰਦਨ ਦੇ ਨੇੜੇ ਜਿਹੜੇ ਰੁੱਖ ਹੁੰਦੇ ਨੇ ਉਹਨਾਂ ਦੇ ਵਿੱਚੋਂ ਚੰਦਨ ਦੀ ਸੁਗੰਧ ਆਉਂਦੀ ਹੈ, ਜਿਸ ਤਰ੍ਹਾਂ ਪਰਬਤ ਦੇ ਵਿੱਚ ਜਦੋਂ ਖੋਜਿਆ ਜਾਂਦਾ ਹੈ ਤੇ ਉਹੀ ਧਾਤਾਂ ਨੂੰ ਸੋਨਾ ਬਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਜਿਹੜੀਆਂ ਪਾਰਸ ਦੇ ਕੋਲ ਹੁੰਦੀਆਂ ਨੇ। ਹੁਣ ਗੁਰਮਤ ਜਿਹੜੀ ਹੈ ਉਹ ਕਹਿੰਦੀ ਹੈ, ਗੁਰ ਪਾਰਸ ਹਮ ਲੋਹ ਮਿਲ ਕੰਚਨ ਹੁਆ ਰਾਮ। ਗੁਰ ਪਾਰਸ ਗੁਰੂ ਚੇਤਨਤਾ ਦਾ ਪੱਥਰ ਹੈ। ਇਸੇ ਕਰਕੇ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਵਿੱਚ ਕਾਨ ਸਿੰਘ ਨਾਭਾ ਦੀ ਲਿਖਤ ਦੇ ਵਿੱਚ ਜਦੋਂ ਤੁਸੀਂ ਪਾਰਸ ਦੇ ਅਰਥ ਪੜੋਗੇ ਤਾਂ ਉਸ ਦਾ ਭਾਵ ਹੈ ਚੇਤਨਤਾ ਦਾ ਪੱਥਰ, ਫਿਲਾਸਫਰ ਸਟੋਨ। ਗੁਰੂ ਗਿਆਨ ਹੈ, ਇਸ ਕਰਕੇ ਜੇ ਕਿਤੇ ਸੱਚਮੁੱਚ ਹੀ ਪਾਰਸ ਨਾਂ ਦਾ ਪੱਥਰ ਹੁੰਦਾ, ਦੁਨੀਆ ਤੇ ਕੋਈ ਗਰੀਬ ਨਾ ਹੁੰਦਾ। ਜੇ ਸੱਚਮੁੱਚ ਹੀ ਪਾਰਸ ਨਾਂ ਦਾ ਕੋਈ ਜੜ ਪੱਥਰ ਹੁੰਦਾ ਨਾ, ਜਿਹਦੇ ਵਿੱਚ ਇੰਨੀ ਚੇਤਨਤਾ ਹੁੰਦੀ ਕਿ ਉਹ ਲੋਹੇ ਨੂੰ ਸੋਨਾ ਬਣਾ ਸਕਦਾ, ਅੱਜ ਕੋਈ ਗਰੀਬ ਨਾ ਹੁੰਦਾ। ਦਰਅਸਲ ਪਾਰਸ ਗੁਰੂ ਦਾ ਗਿਆਨ ਹੈ ਜਿਹੜਾ ਮਨੁੱਖ ਦੇ ਲੋਹੇ ਵਰਗੇ ਜਿਹੜਾ ਜੀਵਨ ਹੈ ਉਸ ਨੂੰ ਸੋਨੇ ਵਰਗਾ, ਕੰਚਨ ਵਰਗਾ ਕਰ ਦਿੰਦਾ। ਇਹ ਗੁਰੂ ਦੀ ਕਿਰਪਾ। ਬ੍ਰਾਹਮਣ ਪਾਰਸ ਦਿੰਦਾ, ਸਾਡੀ ਸਾਖੀਕਾਰ ਰੱਖਦੇ ਨੇ। ਕੁਝ ਚਿਰ ਬਾਅਦ ਵਾਪਸ ਆਉਂਦਾ ਹੈ ਤੇ ਪੁੱਛਦਾ, ਮੇਰਾ ਪਾਰਸ ਕਿੱਥੇ, ਮੇਰਾ ਪਾਰਸ ਕਿੱਥੇ? ਭਗਤ ਜੀ ਕਹਿੰਦੇ ਨੇ ਕਿ ਛੱਤ ਦੇ ਵਿੱਚ ਜਿੱਥੇ ਮੈਂ ਤੇਰੇ ਸਾਹਮਣੇ ਟੰਗ ਦਿੱਤਾ ਸੀ ਉੱਥੋਂ ਹੀ ਕੱਟ ਕੇ ਦੇ ਦਿੰਦੇ ਨੇ। ਹੁਣ ਬੜਾ ਹੈਰਾਨ ਹੈ ਬ੍ਰਾਹਮਣ ਕਿ ਇਸਨੇ ਵਰਤਿਆ ਹੀ ਨਹੀਂ। ਹੁਣ ਆਓ ਸਮਝੀਏ ਇਹ ਸਾਖੀ ਕਿਉਂ ਬਣਾਈ ਗਈ। ਅਗਲੇ ਪਾਸੇ ਸਾਖੀਕਾਰ ਕਹਿੰਦੇ ਨੇ, ਰਵਿਦਾਸ ਕਹਿੰਦੇ ਨੇ ਕਿ ਮੈਨੂੰ ਤੇਰੇ ਪੱਥਰ ਦੀ ਲੋੜ ਨਹੀਂ। ਉਹ ਆਪਣਾ ਜੁੱਤੀਆਂ ਗੰਢਣ ਵਾਲਾ ਧਾਗਾ ਜਦੋਂ ਮੂੰਹ 'ਚ ਪਾ ਕੇ ਖਿੱਚਦੇ ਨੇ ਉਹ ਸੋਨੇ ਦੀ ਤਾਰ ਬਣ ਜਾਂਦਾ। ਹੁਣ ਇਹ ਸਮਝੀਏ ਇਹ ਸਾਖੀ ਕਿਉਂ ਘੜੀ ਗਈ? ਕੀ ਸੱਚਮੁੱਚ ਭਗਤ ਜੀ ਦਾ ਨਿਸ਼ਾਨਾ ਭਗਤੀ ਦੇ ਨਾਲ ਸੋਨੇ ਦੀਆਂ ਤਾਰਾਂ ਬਣਾਉਣਾ ਸੀ? ਨਹੀਂ। ਬ੍ਰਾਹਮਣ ਜਿਹੜਾ ਹੈ ਉਹ ਰਵਿਦਾਸ ਜੀ ਨੂੰ ਇਸ ਗੱਲ ਦੇ ਉੱਪਰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਸਾਬਤ ਕਰਨ, ਜੋੜਨ ਜਾਂ ਉਹਨਾਂ ਨੂੰ ਇਸ ਪੱਖ ਪਾਸੇ ਉਤਸ਼ਾਹਿਤ ਕਰਨ ਵਾਸਤੇ ਆਇਆ ਹੈ। ਉਹ ਚਾਹੁੰਦਾ ਹੈ ਕਿ ਜੇ ਰਵਿਦਾਸ ਦੇ ਕੋਲ ਗਿਆਨ ਹੈ ਤਾਂ ਇਹ ਗਿਆਨ ਜਿਹੜਾ ਇਸ ਨੂੰ ਧੰਦਾ ਬਣਾ ਲੇ। ਇਹ ਵੀ ਬ੍ਰਾਹਮਣਾਂ ਦੀ ਸ਼੍ਰੇਣੀ 'ਚ ਆ ਜਾਵੇ ਕਿ ਗਿਆਨ ਦੇ ਨਾਲ ਕਿਸ ਤਰ੍ਹਾਂ ਲੋਕਾਂ ਨੂੰ ਲੁੱਟਿਆ ਜਾਂਦਾ, ਧੰਦਾ ਬਣਾ ਲਵੇ। ਇਹ ਜਿਹੜੀ ਚੇਤਨਤਾ ਉਹਨੂੰ ਧੰਦਾ ਬਣਾ ਲਵੇ। ਤੇ ਰਵਿਦਾਸ ਜੀ ਜਿਸ ਵੇਲੇ ਧਾਗੇ ਤੋਂ ਸੋਨੇ ਦੀ ਤਾਰ ਬਣਾਉਂਦੇ ਨੇ, ਇਸ ਦਾ ਮਤਲਬ ਹੈ ਰਵਿਦਾਸ ਜੀ ਉਸ ਨੂੰ ਕਹਿੰਦੇ ਨੇ ਕਿ ਮੈਂ ਆਪਣੇ ਧੰਦੇ ਨੂੰ ਹੀ ਧਰਮ ਸਮਝਦਾ। ਬ੍ਰਾਹਮਣ ਦੇ ਵਿੱਚ ਦੋ ਮਤ ਨੇ ਸਾਡੇ ਸਾਹਮਣੇ, ਦੋ ਵਿਚਾਰਧਾਰਾਵਾਂ ਨੇ। ਇਸ ਨੂੰ ਕਹਿੰਦੇ, ਇੱਕ ਨੂੰ ਅਸੀਂ ਕਹਿੰਦੇ ਸ਼੍ਰਮਿਕ, ਇਸ ਨੂੰ ਕਹਿੰਦੇ ਅਸ਼੍ਰਮਿਕ। ਅਸ਼੍ਰਮਿਕ ਹੁੰਦਾ ਜਿਹੜਾ ਮਿਹਨਤ ਨਹੀਂ ਕਰਦਾ, ਆਸ਼ਰਮਾਂ 'ਚ ਰਹਿੰਦਾ, ਧਰਮ ਨੂੰ ਧੰਦਾ ਬਣਾ ਕੇ ਖਾਂਦਾ ਹੈ। ਭਗਤ ਰਵਿਦਾਸ ਜੀ ਉਹ ਨਹੀਂ ਹੈ, ਕੋਈ ਆਸ਼ਰਮ ਨਹੀਂ ਬਣਾਇਆ। ਉਹ ਕੌਣ ਨੇ? ਉਹ ਸ਼੍ਰਮਿਕ ਨੇ। ਉਹਨਾਂ ਨੇ ਆਪਣੇ ਧੰਦੇ ਨੂੰ ਧਰਮ ਬਣਾਇਆ। ਇਹੀ ਅੱਜ ਦੀ ਸਮੱਸਿਆ। ਅੱਜ ਦੀ ਸਮੱਸਿਆ ਵੀ ਇਹੀ ਹੈ ਕਿ ਪ੍ਰਚਾਰਕ ਧਰਮ ਨੂੰ ਧੰਦਾ ਬਣਾ ਰਿਹਾ। ਦਰਅਸਲ ਧੰਦਾ ਧਰਮ ਹੋਣਾ ਚਾਹੀਦਾ ਸੀ। ਇਹੀ ਸਾਡੀ ਸਕੂਲਾਂ 'ਚ ਪ੍ਰੋਬਲਮ ਹੈ। ਅਸੀਂ ਧਰਮ ਨੂੰ ਵਿਸ਼ਾ ਸਮਝ ਕੇ ਪੜ੍ਹਾਉਂਦੇ ਹਾਂ, ਜਦੋਂ ਕਿ ਹਰ ਵਿਸ਼ੇ ਨੂੰ ਧਰਮ ਬਣਾਉਣਾ ਚਾਹੀਦਾ ਸੀ। ਇਹੀ ਸਾਡੀ ਸਮੱਸਿਆ ਹੈ। ਹੁਣ ਇਹੀ ਇੱਥੇ ਇਸ ਜਿਹੜੀ ਵਿਚਾਰਧਾਰਾ ਉਹਦਾ ਇਹੀ ਪੱਖ ਹੈ ਕਿ ਬ੍ਰਾਹਮਣ ਰਵਿਦਾਸ ਜੀ ਨੂੰ ਪ੍ਰਭਾਵਿਤ ਕਰਨ ਵਾਸਤੇ ਆਇਆ ਹੈ, ਉਹ ਗਿਆਨ ਨੂੰ ਧੰਦਾ ਬਣਾ ਲੈਣ। ਪਰ ਭਗਤ ਜੀ ਨੇ ਉਸ ਦਾ ਜਵਾਬ ਦੇ ਦਿੱਤਾ ਕਿ ਧਰਮ ਧੰਦਾ ਨਹੀਂ ਹੁੰਦਾ, ਬਲਕਿ ਧੰਦੇ ਨੂੰ ਧਰਮ ਬਣਾਇਆ ਜਾਂਦਾ ਹੈ। ਅੱਜ ਵੀ ਅਸੀਂ ਜੇ ਕਿਤੇ ਆਪਣੇ ਧੰਦੇ ਨੂੰ ਧਰਮ ਬਣਾ ਲਈਏ, ਅੱਜ ਵੀ ਕਿਤੇ ਅਸੀਂ ਆਪਣੇ ਕਰਮ ਕਰਦੇ ਹੋਏ ਉਸ ਪਰਮਾਤਮਾ ਨਾਲ ਜੁੜੀਏ, ਲੋਕਾਈ ਨੂੰ ਸਮਝੀਏ, ਲੋਕਾਂ ਦੇ ਦੁੱਖਾਂ ਨੂੰ ਸਮਝੀਏ, ਉਹਨਾਂ ਦੇ ਸਮਾਜਿਕ ਜੀਵਨ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੀਏ, ਤੇ ਸਾਡਾ ਧੰਦਾ ਧਰਮ ਹੈ। ਤੇ ਜੇ ਅਸੀਂ ਧਰਮ ਦੇ ਨਾਂ ਤੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਈਏ, ਦੇ ਦਿਓ ਮੈਨੂੰ ਇੰਨੇ ਪੈਸੇ ਤੁਹਾਡੇ ਗ੍ਰਹਿ ਠੀਕ ਹੋ ਜਾਣਗੇ, ਦੇ ਦਿਓ ਮੈਨੂੰ ਇੰਨੇ ਪੈਸੇ ਤੁਹਾਡੀ ਸਾੜ ਸਤੀ ਠੀਕ ਹੋ ਜਾਵੇਗੀ। ਤੇ ਸੱਚ ਜਾਣਿਓ, ਜੇ ਕਿਤੇ ਪੈਸੇ ਦੇ ਨਾਲ ਇਹ ਕੁਝ ਹੁੰਦਾ ਹੋਵੇ, ਜਾਦੂ ਟੂਣੇ ਦੇ ਨਾਲ ਲੋਕ ਮਰਦੇ ਹੋਣ,
ਤਾਂ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਇਲੈਕਸ਼ਨ ਕਰਾਉਣ ਦੀ ਲੋੜ ਨਹੀਂ। ਲੀਡਰਾਂ ਦੇ ਕੋਲ ਬਹੁਤ ਪੈਸਾ ਹੈ, ਜਾਦੂ ਟੂਣੇ ਦੇ ਨਾਲ ਹੀ ਕਿਸੇ ਦਾ ਨੁਕਸਾਨ ਕਰਾ ਦਿਆ ਕਰ। ਕਿਤੇ ਇਲੈਕਸ਼ਨ ਦੀ ਲੋੜ ਨਹੀਂ ਹੈ, ਕਿਤੇ ਇਲੈਕਸ਼ਨਾਂ ਦੇ ਵਿੱਚ ਇੰਨੇ ਨਸ਼ੇ, ਇੰਨਾ ਪੈਸਾ, ਇੰਨਾ ਕੁਝ ਬਰਬਾਦ ਕਰਨ ਦੀ ਲੋੜ ਨਹੀਂ। ਜੇ ਕਿਤੇ ਜਾਦੂ ਟੂਣੇ ਦੇ ਨਾਲ ਕੁਝ ਹੁੰਦਾ ਹੋਵੇ, ਅਸੀਂ ਅਕਸਰ ਹੀ ਮਾੜਾ ਜਿਹਾ ਨੁਕਸਾਨ ਹੋ ਜਾਵੇ, ਕਿਸੇ ਨੇ ਕੁਝ ਕਰ ਦਿੱਤਾ, ਕਿਸੇ ਨੇ ਕੁਝ ਕਰਨ ਦੇ ਨਾਲ ਕੁਝ ਹੁੰਦਾ ਹੋਵੇ, ਤੇ ਲੀਡਰਾਂ ਨੂੰ ਇਲੈਕਸ਼ਨ ਦੇ ਵਿੱਚ ਇੰਨਾ ਕਰੋੜਾ ਪੈਸਾ ਡੋਲਣ ਦੀ ਲੋੜ ਨਹੀਂ। ਕਿਸੇ ਕਾਰਨ ਕਰਾਉਣ ਵਾਲੇ ਨੂੰ ਅਸੀਂ ਤੇ ਹੈ ਹੀ ਕਿਤੇ 1100-2100 ਦੇਣ ਵਾਲੇ, ਉਹ ਤੇ ਕਰੋੜਾਂ ਦੇ ਸਕਦੇ ਨੇ, ਕਰੋੜਾਂ ਦੇ ਕੇ ਕਿਸੇ ਦਾ ਨੁਕਸਾਨ ਕਰਾ ਸਕਦੇ ਨੇ। ਸੋ ਭਗਤ ਰਵਿਦਾਸ ਜੀ ਉੱਥੇ ਆਪਣੇ ਧੰਦੇ ਨੂੰ ਧਰਮ ਬਣਾਉਂਦੇ ਨੇ। ਅਗਲੀ ਗੱਲ ਹੋ ਜਾਂਦੀ ਹੈ, ਜਦੋਂ ਕੋਈ ਵੀ ਬ੍ਰਾਹਮਣਵਾਦ ਸਮਝਦਾ ਹੈ ਕਿ ਇਹ ਮੇਰੇ ਤੋਂ ਧਰਮ ਨੂੰ ਧੰਦਾ ਬਣਾਉਣ ਦੇ ਵਿੱਚ ਪ੍ਰਭਾਵਿਤ ਨਹੀਂ ਹੋ ਸਕਿਆ, ਇਸ ਦੀ ਐਕਸਕਮਿਊਨੀਕੇਸ਼ਨ, ਧਰਮ ਚੋਂ ਮੁਰਤਜ ਕਰਨ ਦਾ ਰਾਹ ਫੜਿਆ ਜਾਵੇ। ਉਹ ਰਾਹ ਕਿਹੜਾ ਫੜਿਆ? ਤੁਸੀਂ ਪਿੱਛੇ ਭਾਈ ਗੁਰਦਾਸ ਜੀ ਦੀ ਲਿਖੀ ਵਾਰ ਦੇ ਵਿੱਚ ਇੱਕ ਸ਼ਬਦ ਪੜ੍ਹ ਰਹੇ ਹੋ, ਭਗਤ ਭਗਤ ਜਗ ਵੱਜਿਆ ਚਹੋ ਚੱਕਾਂ ਵਿੱਚ ਚਮਰੇਟਾ। ਹੁਣ ਇਹਦੇ ਵਿੱਚ ਤੁਸੀਂ ਇੱਕ ਲਾਈਨ ਪੜ੍ਹੋਗੇ, ਬ੍ਰਾਹਮਣਵਾਦ ਨੇ ਉਸ ਦੀ ਵਿਆਖਿਆ ਹੋਰ ਰੂਪ 'ਚ ਕੀਤੀ। ਬ੍ਰਾਹਮਣਵਾਦ ਨੇ ਸੋਚਿਆ ਕਿ ਰਵਿਦਾਸ ਦੀ ਵਿਚਾਰਧਾਰਾ ਨੂੰ ਬ੍ਰਾਹਮਣਵਾਦ ਦੇ ਸਮੁੰਦਰ 'ਚ ਲਿਆਉਣਾ। ਮਾਫ ਕਰਨਾ, ਬਚੀ ਇਸ ਕਰਕੇ ਰਹੀ ਕਿ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਕਰ ਦਿੱਤੀ, ਨਹੀਂ ਤੇ ਅੱਜ ਇਹ ਵਿਚਾਰਧਾਰਾ ਖਤਮ ਹੋ ਚੁੱਕੀ ਹੁੰਦੀ ਹੈ। ਅੱਜ ਜਿੰਨੇ ਵੀ ਵਿਦਵਾਨ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜਾਂ ਨਹੀਂ ਮੰਨਦੇ, ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਇਸ ਪੱਖ ਦੇ ਉੱਪਰ ਖੋਜ ਕਰਨ ਵਾਲੇ ਵਿਦਵਾਨ ਨੇ, ਜਾਂ ਜਿੰਨਿਆਂ ਕੇ ਨਾਲ ਮੇਰੀ ਚਰਚਾ ਹੋਈ ਇਸ ਵਿਸ਼ੇ ਦੇ ਉੱਪਰ, ਉਹ ਇੱਕ ਗੱਲ ਦੇ ਬੜੇ ਕਾਇਲ ਨੇ ਕਿ ਭਗਤ ਰਵਿਦਾਸ ਜੀ ਦੀ ਜੇਕਰ ਉਹਨਾਂ ਦੇ ਮੁਖਾਰ ਬਿੰਦ ਚੋਂ ਉਚਾਰੀ ਬਾਣੀ ਨੂੰ ਪ੍ਰਵਾਨਿਤ ਰੂਪ ਦੇ ਵਿੱਚ ਸੰਭਾਲਿਆ ਗਿਆ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੈ, ਕੇਵਲ ਗੁਰੂ ਸਾਹਿਬ ਦੀ ਕਿਰਪਾ ਹੈ। ਨਹੀਂ ਤੇ ਉਹ ਕਹਿੰਦੇ ਨੇ ਕਿ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਉਹਨਾਂ ਨੇ ਪ੍ਰਚਾਰ ਤੇ ਪ੍ਰਸਾਰ ਕਰਕੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਉੱਥੇ ਬਾਣੀ ਬੈਖਰੀ ਰੂਪ 'ਚ ਰਹੀ, ਲਿਖਤ ਰੂਪ 'ਚ ਨਹੀਂ ਸਾਂਭੀ ਗਈ। ਇਸੇ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਭਗਤ ਰਵਿਦਾਸ ਜੀ ਦੇ ਨਾਮ ਦੇ ਉੱਪਰ ਜਿਹੜੀ ਬਾਣੀ ਬੋਲੀ ਜਾਂਦੀ ਹੈ, ਉਹਦਾ ਵਿਚਾਰਧਾਰਾ ਦੇ ਨਾਲ ਕਿਤੇ ਮੇਲ ਨਹੀਂ ਖਾਂਦਾ। ਹੁਣ ਕਬੀਰ ਸਾਹਿਬ, ਉਹਨਾਂ ਨਾਲ ਵੀ ਬਿਲਕੁਲ ਇਸੇ ਤਰ੍ਹਾਂ ਹੋਇਆ। ਕਬੀਰ ਸਾਹਿਬ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਭਾਲੀ ਗਈ, ਉਹ ਗੁਰੂ ਸਾਹਿਬਾਨ ਦੀ ਜਿਹੜੀ ਵਿਚਾਰਧਾਰਾ ਉਹ ਬਿਲਕੁਲ ਨੇੜੇ ਟੁੱਕਦੀ ਹੈ, ਉਹਦੇ 'ਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਿਆ। ਅਸੀਂ ਕਹਿੰਦੇ ਗੁਰ ਪਰਮੇਸ਼ਰ ਇੱਕ ਹੋ ਜਾਣ। ਪਰ ਇਸੇ ਕਬੀਰ ਸਾਹਿਬ ਦੇ ਨਾਮ ਦੇ ਉੱਪਰ ਜਿਹੜੇ ਹੋਰ ਬਾਣੀਆਂ ਬਣਾਈਆਂ ਗਈਆਂ, ਉਹ ਕਹਿੰਦੇ ਨੇ ਕਬੀਰ ਗੁਰ ਗੋਬਿੰਦ ਦੋ ਖੜੇ, ਕਾਕੋ ਲਾਗੋ ਪਾਏ, ਬਲਹਾਰੀ ਗੁਰ ਆਪਣੇ ਜਿਨ ਗੋਬਿੰਦ ਦਿਓ ਮਲਾਏ। ਇਹ ਤਾਂ ਗੁਰੂ ਗ੍ਰੰਥ ਸਾਹਿਬ 'ਚ ਹੈ ਹੀ ਨਹੀਂ। ਇਹ ਤਾਂ ਗੁਰ ਪਰਮੇਸ਼ਰ ਇੱਕੋ ਜਾਣ ਦੀ ਵਿਚਾਰਧਾਰਾ ਦੇ ਵਿਰੋਧ ਦੇ ਵਿੱਚ ਖੜੀ ਪਰੰਪਰਾ ਹੈ। ਇਸ ਦਾ ਤਾਂ ਸੰਬੰਧ ਹੀ ਕੋਈ ਨਹੀਂ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਨਾਲ। ਸੋ ਇਸ ਦਾ ਭਾਵ ਕਿ ਅੱਜ ਜਿੰਨੇ ਵੀ ਭਗਤ ਰਵਿਦਾਸ ਜੀ ਦੇ ਜੀਵਨ ਦੇ ਉੱਪਰ ਖੋਜ ਕਰਨ ਵਾਲੇ ਖੋਜਕਾਰ ਨੇ, ਉਹ ਵੀ ਇਹ ਗੱਲ ਮੰਨਦੇ ਨੇ ਕਿ ਭਗਤ ਰਵਿਦਾਸ ਜੀ ਦੀ ਜੇਕਰ ਬਾਣੀ ਪ੍ਰਮਾਣਿਤ ਰੂਪ ਦੇ ਵਿੱਚ ਸੰਭਾਲੀ ਗਈ ਤੇ ਉਹ ਗੁਰਦੇਵ ਪਾਤਸ਼ਾਹ ਦੀ ਕਿਰਪਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ, ਜਿਹਦੇ ਵਿੱਚ ਇੱਕ ਅੱਖਰ ਵੀ ਵਾਧਾ ਘਾਟਾ ਨਹੀਂ ਕੀਤਾ ਗਿਆ। ਸੋ ਬ੍ਰਾਹਮਣ ਦੀ ਦੂਜੀ ਗੱਲ ਸੀ ਐਕਸਕਮਿਊਨੀਕੇਸ਼ਨ। ਉਹਦੇ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ, ਲਿਆ ਕਸੀਰਾ ਹੱਥ ਕੱਢ। ਅਸੀਂ ਪਹਿਲੀ ਲਾਈਨ ਨਹੀਂ ਪੜ੍ਹਦੇ ਕਿ ਉਸ ਵੇਲੇ ਜਿਹੜਾ ਦਲਿਤ ਹੈ ਉਸ ਨੂੰ ਗੰਗਾ ਦੇ ਉੱਪਰ ਇਸ਼ਨਾਨ ਕਰਨ ਦੀ ਇਜਾਜ਼ਤ ਹੀ ਨਹੀਂ। ਰਵਿਦਾਸ ਜੀ ਇਕੱਲੇ ਨਹੀਂ ਜਾ ਰਹੇ, ਇਸ ਵਾਰ ਨੂੰ ਪੜ੍ਹਿਓ, ਉਹ ਕਹਿੰਦੇ ਨੇ ਸੰਗ ਲੈ ਕੇ ਗਏ ਨੇ। ਇਹ ਵੀ ਇੱਕ ਬਗਾਵਤ ਸੀ। ਬ੍ਰਾਹਮਣ ਕਹਿ ਰਿਹਾ ਹੈ ਕਿ ਤੂੰ ਗੰਗਾ ਤੇ ਨਹਾ ਨਹੀਂ ਸਕਦਾ, ਤੂੰ ਗੰਗਾ ਦੇ ਉੱਪਰ ਕੋਈ ਦਾਨ ਪੁੰਨ ਨਹੀਂ ਕਰ ਸਕਦਾ। ਰਵਿਦਾਸ ਜੀ ਇਸ ਵਾਰ ਨੂੰ ਬੜੀ ਵਿਚਾਰ ਦੇ ਨਾਲ ਪੜ੍ਹਿਓ। ਰਵਿਦਾਸ ਜੀ ਸੰਗ ਲੈ ਕੇ ਗਏ ਨੇ, ਇਕੱਠੇ ਨਹੀਂ ਗਏ। ਇਹਦਾ ਭਾਵ ਕਿ ਜਿਹੜੀ ਗੱਲ ਉਹ ਆਪਣੀ ਬਾਣੀ 'ਚ ਕਹਿੰਦੇ ਨੇ ਕਿ ਆਚਾਰ ਸਾਹਿਤ ਵਿਪਰ ਕਰੇ ਡੰਡੌਤ ਤਿੰਨ ਤਨੇ ਰਵਿਦਾਸ ਦਾਸਾਨ ਦਾਸਾ, ਕਿ ਉਹਨਾਂ ਨੇ ਉਸ ਵੇਲੇ ਲੋਕਾਂ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਕਿ ਉਹਨਾਂ ਦੀ ਜਿਹੜੀ ਇਹ ਲੋਕ ਚੇਤਨਤਾ ਉਹਨਾਂ ਦੇ ਨਾਲ ਜੁੜੀ ਸੀ, ਉਹਨਾਂ ਨੇ ਗੰਗਾ ਤੇ ਜਾ ਕੇ ਬ੍ਰਾਹਮਣ ਦੇ ਉਸ ਕਰਮਕਾਂਡ ਨੂੰ ਵੀ ਤੋੜ ਦਿੱਤਾ, ਜਿਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਾਣੀ ਦੇ ਕੇ ਤੋੜਿਆ ਸੀ। ਜਿਸ ਸਮੇਂ ਬ੍ਰਾਹਮਣ ਕਹਿੰਦਾ ਸੀ ਕਿ ਮੈਂ ਸੂਰਜ ਨੂੰ ਪਾਣੀ ਦੇ ਰਿਹਾ, ਉੱਥੇ ਪਹੁੰਚ ਰਿਹਾ ਪਿੱਤਰ ਲੋਕ ਦੇ ਵਿੱਚ, ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਕਰਤਾਰਪੁਰ ਖੇਤਾਂ ਨੂੰ ਦੇ ਰਿਹਾ। ਰਵਿਦਾਸ ਜੀ ਦੇ ਸਮੇਂ ਵੀ ਸਮੱਸਿਆ ਇਹੀ ਹੈ। ਬ੍ਰਾਹਮਣ ਕਹਿ ਰਿਹਾ ਹੈ ਕਿ ਮੈਂ ਤੈਨੂੰ ਇੱਥੇ ਨਾ ਦਾਨ ਪੁੰਨ ਦੀ ਇਜਾਜ਼ਤ ਦਊਂਗਾ, ਨਾ ਇਸ਼ਨਾਨ ਦੀ ਇਜਾਜ਼ਤ ਦਊਂਗਾ। ਉਹ ਸੰਗ ਲੈ ਕੇ ਗਏ ਨੇ, ਉੱਥੇ ਉਹਨਾਂ ਨੇ ਆਪਣੀ ਲੋਕਾਈ ਦੀ ਲੋਕ ਚੇਤਨਾ ਦੀ ਸ਼ਕਤੀ ਦਾ ਪ੍ਰਗਟਾਵਾ ਵੀ ਕੀਤਾ। ਹੁਣ ਅਗਲੀ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਭਗਤ ਰਵਿਦਾਸ ਜੀ, ਮਾਫ ਕਰਨਾ, ਅੱਜ ਇੱਕ ਸਮੱਸਿਆ ਪੈਦਾ ਹੋ ਗਈ। ਜਿਸ ਸਮੱਸਿਆ ਦੇ ਖਿਲਾਫ ਉਹਨਾਂ ਨੂੰ ਸਭ ਤੋਂ ਵੱਧ ਜੂਝਣਾ ਪਿਆ, ਅੱਜ ਅਸੀਂ ਉਹਨਾਂ ਨੂੰ ਉਸੇ ਸਮੱਸਿਆ ਦੇ ਦਾਇਰੇ ਦੇ ਵਿੱਚ ਲੈ ਆਂਦਾ। ਡਾਕਟਰ ਧਰਮਵੀਰ, ਉਹਨਾਂ ਦੀ ਇੱਕ ਕਿਤਾਬ ਹੈ, ਉਹ ਕਹਿੰਦੇ ਨੇ ਰਵਿਦਾਸ ਜੀ ਦੇ ਉੱਪਰ ਪਹਿਲਾ ਹਮਲਾ ਕਦੋਂ ਹੋਇਆ। ਕਿਤਾਬ ਮੈਂ ਸੋਚਦਾ ਕਿ ਕਈ ਵਾਰੀ ਕਿ ਉਹ ਇਤਿਹਾਸ ਨੂੰ, ਸਾਨੂੰ ਲਿਟਰੇਚਰ ਨੂੰ ਪੜ੍ਹਨ ਦਾ ਸ਼ੌਕ ਘਟਦਾ ਜਾ ਰਿਹਾ ਹੈ, ਤੇ ਮੈਂ ਉਸ ਕਿਤਾਬ ਦੀਆਂ ਫੋਟੋ ਕਾਪੀ ਮੋਬਾਈਲ ਦੇ ਵਿੱਚ ਪਾ ਕੇ ਲੈ ਕੇ ਆਇਆ ਸੀ ਕਿ ਕਿਸੇ ਵੀ ਨੂੰ ਸਬੂਤ ਦੀ ਲੋੜ ਹੋਵੇ। ਡਾਕਟਰ ਧਰਮਵੀਰ ਦਾ ਸਭ ਤੋਂ ਵੱਡਾ ਥੀਸਿਸ ਹੈ ਭਗਤ ਰਵਿਦਾਸ ਦੇ ਜੀਵਨ ਦੇ ਉੱਪਰ।